ਜਦੋਂ ਸਿਸਟਮ ਇਨਸਾਫ ਨਹੀਂ ਦਿੰਦਾ, ਸਿੱਖ ਫਿਰ ਇਨਸਾਫ ਲੈਂਦੇ। ਜਹੇਦਾਰ ਟੌੜਾ ਜੋ ਚੰਗੇ ਸੀ ਮਾੜੇ ਸੀ ਜੋ ਵੀ ਸੀਗੇ, ਉਹਨਾਂ ਦੀ ਸਿੱਖੀ ਦਾ ਅੰਸ਼ ਸੀ ਤੇ ਪੰਥਕ ਸੀਗੇ, ਸੋਚ ਦਰੋਲ ਪੰਥਕ ਸੀ। ਤੋ ਇਹ ਜਿਹੜੇ ਡੇਰੇਦਾਰ ਦੀ ਗੱਲ ਕੀਤੀ ਹੈ ਨਾ, ਉਹ ਸਿਸਟਮ ਦੇ ਵਿੱਚ ਉਦੋਂ ਸਾਰਾ ਕੁਝ ਆ ਗਿਆ ਜਦੋਂ ਸਿੱਖ ਪੰਜਾਬ ਤੋਂ ਆਪਦੀ ਲੜਾਈ ਹੋਂਦ ਦੀ ਲੜਾਈ ਲੜ ਰਹੇ ਸੀ, ਔਰ ਹੋਂਦ ਦੀ ਲੜਾਈ ਸਿੱਖਾਂ ਨੂੰ ਵਾਰ-ਵਾਰ ਲੜਨੀ ਪਈ ਹੈ, ਹੁਣ ਵੀ ਲੜ ਰਹੇ। ਮੈਂ ਇਹ ਕਦੇ ਵੀ ਨਹੀਂ ਕਿਹਾ ਕਿ ਬਾਦਲ ਪਰਿਵਾਰ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਹੈ, ਉਹਨਾਂ ਦੇ ਸਿਆਸਤ ਵਿੱਚੋਂ ਨਿਕਲੀ ਤੇ ਉਸ ਤੋਂ ਬਾਅਦ ਜਿਸ ਢੰਗ ਨਾਲ ਇਹਨਾਂ ਨੇ ਹੈਂਡਲ ਕੀਤਾ, ਇਹ ਗੁਨਾਹਗਾਰ ਹੋਵੇ। ਇਹ ਪਹਿਲੀ ਵਾਰ ਸੀ ਕਿ ਸਿੱਖ ਕੌਮ ਨੇ ਅਕਾਲ ਤਖ਼ਤ ਦੇ ਜਥੇਦਾਰ ਦਾ ਬਾਈਕਾਟ ਕੀਤਾ। ਜੇ ਤੁਸੀਂ ਦੁਨੀਆ ਨੂੰ ਦੱਸਣ ਵਾਸਤੇ ਸਿੱਖ ਧਰਮ ਕੀ ਹੈ, ਅੰਗਰੇਜ਼ੀ 4-5 ਪੇਜ ਇਹ ਤੋਂ ਚੰਗੇ ਲਿਖਵਾ ਹੀ ਨਹੀਂ ਸਕੇ। ਇੰਨਾ ਖੂਬਸੂਰਤ ਧਰਮ ਹੋਵੇ ਤੇ ਅਸੀਂ ਦੱਸ ਨਾ ਸਕੀਏ। ਪੰਜਾਬ ਦੇ ਵਿੱਚ ਜਿਹੜੀ ਸਿਆਸਤ ਹੈ ਉਹ ਅਕਾਲੀ ਦਲ ਬਿਨਾਂ ਨਹੀਂ ਚੱਲ ਸਕਦੀ। ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਪਾਰਟੀ ਹੁਣ ਸੁਰਜੀਤ ਹੋਏਗੀ ਮੇਰੇ ਖਿਆਲ ਦੇ ਵਿੱਚ। ਥੱਲੇ ਇਹਨਾਂ ਨੂੰ ਦੇਖ ਕੇ ਤੇ ਉਹ ਦੇਖਦੇ ਵੀ ਕਿਵੇਂ ਅੱਗੇ ਤੁਰਦੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਸਵਾਗਤ ਕਰਦੇ ਹਾਂ ਤੁਹਾਡਾ। ਇਸ ਵਿਸ਼ੇਸ਼ ਮੁਲਾਕਾਤ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਭਾਰਤ ਦੀ ਉਸ ਪਾਰਟੀ ਨੂੰ ਲੈ ਕੇ ਜਿਹੜੀ ਭਾਰਤ ਦੀ ਦੂਜੇ ਨੰਬਰ ਦੀ ਸਭ ਤੋਂ ਪੁਰਾਣੀ ਪਾਰਟੀ ਆ, ਪਰ ਹਾਲ ਹੀ ਦੇ ਵਿੱਚ ਜਿਹੜੀਆਂ ਚੋਣਾਂ ਹੋਣਗੀਆਂ ਉਹਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੀ ਉਹ ਪਾਰਟੀ ਸਿਰਫ 3 ਸੀਟਾਂ ਦੇ ਉੱਤੇ ਸਿਮਟ ਕੇ ਰਹਿ ਗਈ। ਹਾਲਾਂਕਿ 2017 ਦੇ ਵਿੱਚ ਵੀ ਹਾਲ ਕੋਈ ਬਹੁਤਾ ਚੰਗਾ ਨਹੀਂ ਸੀ। ਸਰਕਾਰ ਬਣੀ, 5 ਵਾਰੀ ਮੁੱਖ ਮੰਤਰੀ ਵੀ ਰਹੇ ਪ੍ਰਕਾਸ਼ ਸਿੰਘ ਬਾਦਲ, ਪਰ ਉਸੇ ਹੀ ਅਕਾਲੀ ਦਲ ਦੇ ਵਿੱਚੋਂ ਜਿੱਥੇ ਇੱਕ ਪਾਸੇ ਕਿਹਾ ਜਾਂਦਾ ਅਕਾਲੀ ਦਲ ਬਾਦਲ, ਦੂਸਰੇ ਪਾਸੇ ਕਿਹਾ ਜਾਂਦਾ ਅਕਾਲੀ ਦਲ ਮਾਨ ਦਲ, ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ 1920, ਬਹੁਤ ਸਾਰੇ ਅਕਾਲੀ ਦਲ ਨਿਕਲੇ। ਪਰ ਅੱਜ ਕਿੱਥੇ ਆ ਅਕਾਲੀ ਦਲ, ਜਾਂ ਅੱਜ ਕਿੱਥੇ ਖੜੇ ਨੇ ਅਕਾਲੀ ਦਲ? ਤੇ ਦੂਜੇ ਪਾਸੇ ਅਸੀਂ ਗੱਲ ਕਰਾਂਗੇ SGPC ਨੂੰ ਲੈ ਕੇ। SGPC ਦਾ ਕੀ ਰੋਲ ਆ ਅੱਜ, ਕੀ ਰੋਲ ਸੀ ਪਹਿਲਾਂ, ਤੇ ਹੁਣ ਕਿਵੇਂ ਦੇਖਦੇ ਨੇ ਲੋਕ, ਖਾਸ ਕਰਕੇ ਸਮੂਹ ਸਿੱਖ ਸੰਗਤਾਂ ਕਿਵੇਂ ਦੇਖਦੀਆਂ ਗਈਆਂ? ਇਹਨਾਂ ਉੱਤੇ ਗੱਲਬਾਤ ਕਰਾਂਗੇ, ਵਿਸ਼ੇਸ਼ ਚਰਚਾ ਕਰਾਂਗੇ। ਸਾਡੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਾਹਿਬ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਿਹਤ ਠੀਕ ਠਾਕ ਹੈ ਜੀ? ਬਿਲਕੁਲ ਠੀਕ ਠਾਕ, ਵੈਰੀ ਫਾਈਨ ਜੀ। ਕਿਵੇਂ ਦੇਖਦੇ ਹੋ ਅਕਾਲੀ ਦਲ ਨੂੰ, ਕਿਵੇਂ ਦੇਖਦੇ ਹੋ? ਚਾਹੇ ਉਹ ਅਕਾਲੀ ਦਲ ਅੰਮ੍ਰਿਤਸਰ ਹੋਵੇ, ਅਕਾਲੀ ਦਲ 1920 ਹੋਵੇ, ਜਾਂ ਫਿਰ ਅਕਾਲੀ ਦਲ ਬਾਦਲ ਹੋਵੇ, ਕਿਵੇਂ ਦੇਖਦੇ ਹੋ? ਕੀ ਚੱਲ ਰਿਹਾ ਹੈਗਾ, ਕੀ ਹੋਣਾ ਚਾਹੀਦਾ ਸੀ, ਕਿੱਥੇ ਇਹ ਕਮਜ਼ੋਰ ਰਹਿ ਗਏ? ਨਹੀਂ, ਮੇਰੇ ਵਾਸਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਹੈ। ਹਾਂ। ਤੇ ਮੇਰੇ ਵਾਸਤੇ ਇਹ ਸਿਰਫ ਇੱਕ ਸਿਆਸੀ ਪਾਰਟੀ ਨਹੀਂ ਹੈ। ਇਹ ਸਿੱਖਾਂ ਦੀ ਇੱਕ ਸੰਸਥਾ ਹੈ ਜੀ। ਮੈਂ ਸਿੱਖਾਂ ਦੀਆਂ 3 ਅਹਿਮ ਸੰਸਥਾਵਾਂ ਗਿਣਦਾ ਹਮੇਸ਼ਾ ਹੀ। ਅਕਾਲ ਤਖ਼ਤ ਸਾਹਿਬ ਸਭ ਤੋਂ ਉੱਪਰ ਜੀ, ਨੰਬਰ 2 ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਔਰ ਨੰਬਰ 3 ਤੇ ਸ਼੍ਰੋਮਣੀ ਅਕਾਲੀ ਦਲ ਜੀ। ਮੈਂ ਬੰਦਿਆਂ 'ਚ ਨਹੀਂ ਪੈਂਦਾ ਹੁੰਦਾ, ਮੈਂ ਸੰਸਥਾਵਾਂ 'ਚ ਪੈਂਦਾ ਹੁੰਦਾ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਸ਼ਾਨਾ ਮਾਤਾ ਇਤਿਹਾਸ ਹੈ ਜੀ। ਇਹ ਸਿੱਖਾਂ ਦੀ ਪਾਰਟੀ ਸੀ ਤੇ ਸਿੱਖਾਂ ਦੀ ਪਾਰਟੀ ਰਹਿ ਕੇ ਹੀ ਇਹ ਅਜੇ ਹੋਰ ਵੀ ਅੱਗੇ ਵੱਧ ਸਕਦੀ ਹੈ ਜੀ। ਇਹ ਕੰਟਰੋਵਰਸੀ ਵੱਖਰੀ ਹੈ ਕਿ ਇਸ ਵੇਲੇ ਸਿੱਖਾਂ ਦੀ ਪਾਰਟੀ ਹੈ ਕਿ ਨਹੀਂ। ਇਹ ਪਹਿਲੀ ਵਾਰ ਹੈ ਕਿ ਇਤਿਹਾਸ ਦੇ ਵਿੱਚ ਇਹਦੇ ਨਾਲ ਇੰਨਾ ਮਾੜਾ ਹੋਇਆ। ਤੇ ਜਿਸ ਢੰਗ ਨਾਲ ਇਹ ਪਾਰਟੀ ਚੱਲ ਰਹੀ ਸੀਗੀ, ਉਹਦੇ ਤੋਂ ਇਹ ਸੁਭਾਵਕ ਹੈ ਕਿ ਵੀ ਇਹ ਅੰਤ ਇਸ ਢੰਗ ਨਾਲ ਹੋਣਾ ਸੀ, ਇਸ ਸਿਸਟਮ ਦਾ, ਪਾਰਟੀ ਦਾ ਨਹੀਂ। ਮੈਂ ਇਨ ਬਰੀਫ ਇੰਨੀ ਹੀ ਕਹੂੰਗਾ ਕਿ ਇਹ ਪਾਰਟੀ ਸਿੱਖਾਂ ਦੀ ਪਾਰਟੀ ਨਾ ਹੋ ਕੇ ਪਰਿਵਾਰਵਾਦ ਤੇ ਮਾਫੀਆ ਪਾਰਟੀ ਬਣ ਗਈ। ਉਹਦੇ ਨਾਲ ਉਸ ਸਿਸਟਮ ਦਾ ਇਹ ਅੰਤ ਹੋ ਗਿਆ। ਤੇ ਜੇ ਸੰਸਥਾ ਦੀ ਮੁੜ ਸੁਰਜੀਤੀ ਕਰਨੀ ਸੀ ਤੇ ਮੇਰੇ ਖਿਆਲ 'ਚ ਇਹ ਅੰਤ ਇਹਦਾ ਹੋਣਾ ਚਾਹੀਦਾ ਸੀਗਾ, ਤਾਂ ਕਿ ਇੱਕ ਜਿਹੜਾ ਪੁਰਾਣੀ ਟ੍ਰੈਡੀਸ਼ਨਲ ਅਕਾਲੀ ਦਲ ਸੀ, ਜਿਹੜੇ ਸਿੱਖਾਂ ਦੀ ਤੇ ਪੰਜਾਬ ਦੀ ਪਾਰਟੀ ਸੀ ਜੀ, ਉਹ ਦੁਬਾਰਾ
ਉੱਠ ਸਕੇ। ਪੰਜਾਬ ਹਿੰਦੁਸਤਾਨ ਦੇ ਵਿੱਚ ਉਹ ਸਟੇਟ ਹੈ ਜਿਹਦੀ ਸਿਆਸਤ ਬਾਕੀ ਸਾਰੇ ਹਿੰਦੁਸਤਾਨ ਤੋਂ ਵੱਖਰੀ ਹੈ। ਦੋ ਹੀ ਪੰਜਾਬ ਦੇ ਵਿੱਚ ਸੂਬੇ ਹੈ ਜਿੱਥੇ ਮਾਈਨੋਰਿਟੀਜ਼ ਡੋਮੀਨੇਟ ਕਰਦੀਆਂ, ਜੰਮੂ ਐਂਡ ਕਸ਼ਮੀਰ ਤਾਂ ਦੂਜਾ ਪੰਜਾਬ ਹੈ ਜੀ। ਅਤੇ ਇਸ ਕਰਕੇ ਪੰਜਾਬ ਦੇ ਵਿੱਚ ਜਿਹੜੀ ਸਿਆਸਤ ਹੈ ਉਹ ਅਕਾਲੀ ਦਲ ਬਿਨਾਂ ਨਹੀਂ ਚੱਲ ਸਕਦੀ। ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਪਾਰਟੀ ਹੁਣ ਸੁਰਜੀਤ ਹੋਏਗੀ ਮੇਰੇ ਖਿਆਲ ਦੇ ਵਿੱਚ, ਥੱਲੇ ਇਹਨਾਂ ਡਿੱਗ ਕੇ, ਅਤੇ ਉਹ ਦੇਖਦੇ ਵੀ ਕਿਵੇਂ ਅੱਗੇ ਤੁਰਦੀ ਹੈ ਗੱਲ। ਇਨ ਬਰੀਫ ਮੈਂ ਹਾਲੇ ਇੰਨੇ ਹੀ ਕਹਿਣਾ ਚਾਹੂੰਗਾ ਇਹਦੇ ਬਾਰੇ। ਤੁਹਾਨੂੰ ਲੱਗਦਾ ਜਿਵੇਂ ਤੁਸੀਂ ਇੱਕ ਸ਼ਬਦ ਵਰਤਿਆ ਗਾ ਮਾਫੀਆ, ਜਾਂ ਇੱਦਾਂ ਕਹਿ ਲਈਏ ਵੀ ਜਿਹੜੇ ਲੋਕ ਕਹਿੰਦੇ ਸੀਗੇ ਖਾਸ ਕਰਕੇ ਜਦੋਂ ਬਾਈਬਲ ਕਲਾਂ ਗੋਲੀकांड ਹੁੰਦਾ, ਕੋਟਕਪੁਰਾ ਗੋਲੀकांड ਹੁੰਦਾ, ਜਾਂ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਆ, ਉਦੋਂ ਬਾਅਦ ਜਿਹੜਾ ਇੱਕ ਡਾਊਨਫਾਲ ਉਦੋਂ ਬਾਅਦ ਸ਼ੁਰੂ ਹੋਇਆ ਕਿ ਪਹਿਲਾਂ ਹੀ ਚੀਜ਼ਾਂ ਬਹੁਤ ਸਾਰੀਆਂ ਖਰਾਬ ਕਰਤੀਆਂ ਸੀਗੀਆਂ? ਨਹੀਂ, ਮੇਰੇ ਖਿਆਲ ਦੇ ਵਿੱਚ ਇਹ ਡਾਊਨਫਾਲ ਦੀ ਨੀਂਹ ਤਾਂ 1996 ਵਿੱਚ ਰੱਖੀ ਗਈ ਸੀ। ਜਦੋਂ ਮੋਗਾ ਕਨਵੈਨਸ਼ਨ ਦੇ ਵਿੱਚ ਜੋ 75ਵੀਂ ਇਹਨਾਂ ਦੀ ਐਨੀਵਰਸਰੀ ਸੀ ਅਕਾਲੀ ਦਲ ਦੀ, ਉਹਦੇ ਵਿੱਚ ਇਹਨਾਂ ਨੇ ਪੰਜਾਬੀਅਤ ਦੀ ਗੱਲ ਕੀਤੀ। ਮਤਾ ਕੋਈ ਨਹੀਂ ਸੀ ਉਦੋਂ, ਜਿਹੜਾ ਕਿਹਾ ਜਾਂਦਾ ਸੀ ਮੋਗੇ ਕੋਈ ਮਤਾ ਪਾਸ ਹੋਇਆ ਸੀ, ਮਤਾ ਕੋਈ ਪਾਸ ਨਹੀਂ ਸੀਗਾ। ਮੈਂ ਉੱਥੇ ਹੀ ਸੀ, ਮੈਂ ਹੀ ਕਵਰ ਕੀਤੀ ਸੀ। ਮੈਂ ਉਦੋਂ ਇੰਡੀਅਨ ਐਕਸਪ੍ਰੈਸ ਵਿੱਚ ਸੀਗਾ, ਅਤੇ ਬਾਦਲ ਸਾਹਿਬ ਦੀ ਸਪੀਚ ਦੇ ਵਿੱਚ ਪੰਜਾਬੀਅਤ ਦੀ ਗੱਲ ਕੀਤੀ ਗਈ ਸੀਗੀ, ਅਤੇ ਉਦੋਂ ਸ਼ਿਫਟ ਆ ਗਈ। ਉਸ ਤੋਂ ਬਾਅਦ ਪਾਰਟੀ ਨੇ ਹੌਲੀ ਹੌਲੀ ਪੰਥ ਦੀ ਗੱਲ ਕਰਨੀ ਛੱਡਤੀ, ਬੀਜੇਪੀ ਨਾਲ ਅਲਾਇੰਸ ਹੋ ਗਈ। ਹੁਣ ਬੀਜੇਪੀ ਨਾਲ ਅਲਾਇੰਸ ਕਰਕੇ ਤਾਂ ਪੰਥ ਦੀ ਗੱਲ ਨਹੀਂ ਹੋ ਸਕਦੀ, ਉਹ ਕੰਟਰਾਡਿਕਸ਼ਨ ਸੀ ਬਹੁਤ ਵੱਡੀ। ਅਤੇ ਹੁਣ ਜੋ ਕੁਛ ਵਾਪਰ ਰਿਹਾ ਹੈ ਇਹ ਉਹਦੀ ਬੈਕਗਰਾਊਂਡ ਉੱਥੋਂ ਸ਼ੁਰੂ ਹੁੰਦੀ ਸਾਰੀ। ਉਸ ਬੈਕਗਰਾਊਂਡ ਦੇ ਵਿੱਚ ਹੀ ਬਰਗਾੜੀ ਵਾਪਰਿਆ। ਮੈਂ ਇਹ ਕਦੇ ਵੀ ਨਹੀਂ ਕਿਹਾ ਕਿ ਬਾਦਲ ਪਰਿਵਾਰ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਹੈ, ਉਹਨਾਂ ਦੇ ਸਿਆਸਤ ਵਿੱਚੋਂ ਨਿਕਲੀ ਹੈ। ਅਤੇ ਉਸ ਤੋਂ ਬਾਅਦ ਜਿਸ ਢੰਗ ਨਾਲ ਇਹਨਾਂ ਨੇ ਹੈਂਡਲ ਕੀਤਾ, ਇਹ ਗੁਨਾਹਗਾਰ ਆ ਉਹਦੇ ਸਾਰੀ ਗੱਲ ਦੇ। ਅਤੇ ਜਦੋਂ ਇਲੈਕਸ਼ਨ ਦੇ ਵਿੱਚ ਤੁਸੀਂ ਕੰਪਰੋਮਾਈਜ਼ ਕਰੋ ਪੰਥ ਦੀ ਸਿਆਸਤ ਦੇ ਕੌਜ਼ 'ਤੇ, ਅਤੇ ਫਿਰ ਅਲਟੀਮੇਟਲੀ ਤਾਂ ਇਹ ਗੱਲ ਹੋਏਗੀ। ਮੈਂ ਇੱਕ ਗੱਲ ਹਮੇਸ਼ਾ ਲੈ ਕੇ ਚੱਲਦਾ ਹਾਂ ਕਿ ਜਿਹੜਾ ਸਿੱਖ ਧਰਮ ਹੈ ਇਹ ਮਾਨਵਤਾਵਾਦੀ ਧਰਮ ਹੈ, ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ। ਤੁਸੀਂ ਆਪਣੀਆਂ ਜੜ੍ਹਾਂ ਮਜ਼ਬੂਤ ਕਰਕੇ ਸਰਬੱਤ ਦੇ ਭਲੇ ਦੀਆਂ ਬਾਕੀ ਪਾਰਟੀਆਂ ਨਾਲ ਫਿਰ ਤੁਸੀਂ ਆਪ ਹੱਥ ਕਿਉਂ ਨਹੀਂ ਬਣਾ ਸਕਦੇ? ਕਿ ਆਪਣੀ ਉਹ ਬੇਸ ਛੱਡ ਕੇ ਹੀ ਤੁਸੀਂ ਅੱਗੇ ਵਧਣਾ? ਅਕਾਲੀ ਦਲ ਦੇ ਬਾਰੇ ਗਲਤੀ ਇੱਥੇ ਹੀ ਹੋਈ ਹੈ। ਤੁਸੀਂ ਆਪਣੀ ਜੜ੍ਹ ਮਜ਼ਬੂਤ ਕਰੋ। ਜਦੋਂ ਜਿਹੜਾ ਦਰਖਤ ਆਪਣੀ ਜੜ੍ਹਾਂ ਛੱਡ ਜਾਂਦਾ ਉਹਨੇ ਸੁੱਕਣਾ ਹੀ ਹੁੰਦਾ, ਤਾਂ ਉਹ ਅਸ਼ਰ ਸਾਹਿਬ ਦੇ ਸਾਹਮਣੇ ਹੈ। ਇਹ 1996 ਦੇ ਵਿੱਚ ਆਪਣੀ ਜੜ੍ਹ ਤੋਂ ਪਿੱਛੇ ਹਟਣਾ ਸ਼ੁਰੂ ਹੋ ਗਏ ਸੀ। ਐਂਡ ਰਿਜ਼ਲਟ ਹੁਣ ਉਹਦਾ 2022 ਹੈ। ਤੁਹਾਨੂੰ ਲੱਗਦਾ ਖਾਸ ਕਰਕੇ ਜੇ ਅਸੀਂ ਗੱਲ ਕਰਦੇ ਹਾਂ ਡੇਰਾਬਾਦ ਦੀ, ਜੇ 17 ਤੋਂ ਗੱਲ ਚੱਲਦੀ ਆਈ ਹੈ ਜਾਂ 78 ਦੀ ਗੱਲ ਹੁੰਦੀ ਹੈ ਵੀ ਉਦੋਂ ਬਹੁਤ ਚੀਜ਼ਾਂ ਉਹੋ ਜਿਹੀਆਂ ਹੋ ਗਈਆਂ ਜਿਹੜੀਆਂ ਪੰਜਾਬ 'ਚ ਨਹੀਂ ਹੋਣੀਆਂ ਚਾਹੀਦੀਆਂ ਸੀ, ਫਿਰ ਹੁਣ ਤੱਕ ਜਿਹੇ ਜੀ ਡੇਰਿਆਂ ਦੀ ਪੋਜੀਸ਼ਨ ਰਹੀ ਆ, ਅੱਜ ਤੱਕ ਵੀ ਜਦੋਂ ਤੱਕ ਆਪਾਂ ਗੱਲਬਾਤ ਕਰ ਰਹੇ ਹਾਂ, ਇਹ ਚੀਜ਼ ਵੀ ਪੰਜਾਬ ਦੇ ਵਿੱਚ ਜਿੱਦਾਂ ਆਈ ਜਾਂ ਜਿੱਦਾਂ ਇਹਨੂੰ ਸਥਾਪਿਤ ਕੀਤਾ ਗਿਆ ਜਾਂ ਜਿੱਦਾਂ ਇਹਦੀਆਂ ਜੜ੍ਹਾਂ ਮਜ਼ਬੂਤ ਕੀਤੀਆਂ ਗਈਆਂ, ਉਵੇਂ ਸਾਡੇ ਵਾਲੇ ਜਾਂ ਆਪਣੇ ਉਵੇਂ ਮਜ਼ਬੂਤ ਨਹੀਂ ਕਰ ਸਕੇ। ਮਜ਼ਬੂਤ ਜੜ੍ਹਾਂ ਨੂੰ ਆਪਣੇ ਵਾਲਿਆਂ ਨੇ ਇਹੋ ਜਿਹੀਆਂ ਸਪਰੇਹਾਂ ਕਰਤੀਆਂ ਵੀ ਜੜ੍ਹਾਂ ਬੜੀਆਂ ਕਮਜ਼ੋਰ ਹੋ ਗਈਆਂ। ਦੇਖੋ, ਜਿਹੜਾ ਡੇਰਾਵਾਦ ਹੈ ਤਾਂ ਪੰਜਾਬ ਦੇ ਵਿੱਚ ਬਹੁਤ ਪੁਰਾਣਾ, ਬਾਬੇ ਨਾਨਕ ਦੇ ਵੇਲੇ ਤੋਂ ਹੀ ਚੱਲੇ ਆ ਰਹੇ। ਹਾਂ, ਉਹਨਾਂ ਦੇ ਬਾਬਾ ਬਿਰੀ ਚੰਦ ਦੇ ਵੀ ਡੇਰੇ ਸੀ ਜੀ। ਗੱਲ ਇਹ ਹੈ ਕਿ ਸਿੱਖ ਧਰਮ ਨਾਲ ਬੜੇ ਅਜੀਬ ਸਿਚੁਏਸ਼ਨ ਦੇ ਵਿੱਚੋਂ ਨਿਕਲਿਆ। ਜਦੋਂ ਸਿਰਾਂ ਦੇ ਮੁੱਲ ਪਏ ਆ ਜੀ, ਉਦੋਂ ਸਿੱਖ ਛੱਡ ਕੇ ਪੰਜਾਬ ਜਗੜਾ ਚਲੇ ਗਏ, ਰਾਜਸਥਾਨ ਚਲੇ ਗਏ। ਸੋ ਜਿਹੜੇ ਧਰਮ ਸਥਾਨ ਸੀ ਬਾਅਦ ਦੇ ਵਿੱਚ ਉਹ ਡੇਰੇਦਾਰਾਂ ਨੇ ਸਾਂਭੇ, ਨਿਰਮਲਿਆਂ ਨੇ, ਉਦਾਸੀਆਂ ਨੇ। ਅਤੇ ਉਸ ਪੀਰੀਅਡ ਦੇ ਵਿੱਚ ਡਿਸਟੋਰਸ਼ਨਸ ਆਈਆਂ ਬਹੁਤ। ਉਹਨਾਂ ਨੇ ਆਪਣੇ ਢੰਗ ਦੇ ਨਾਲ ਧਾਰਮਿਕ ਸਥਾਨਾਂ ਨੂੰ ਵਰਤਿਆ ਅਤੇ ਚਲਾਇਆ। ਮੈਨੂੰ ਇੱਕ ਦਿਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਗੱਲ ਕਰਦੇ ਅਸੀਂ ਬੈਠੇ, ਅਸੀਂ ਗੱਲ ਕਰਦੇ ਵੀ ਡਿਸਟੋਰਸ਼ਨਸ ਕਿਵੇਂ ਹੈ। ਦਰਬਾਰ ਸਾਹਿਬ ਦੇ ਸਿਸਟਮ ਦੇ ਵਿੱਚ ਵੀ ਡਿਸਟੋਰਸ਼ਨਸ ਹੈਗੀਆਂ। ਅਤੇ ਉਹ ਕਹਿੰਦੇ ਵੀ ਜੇ ਮੈਂ ਬੰਦ ਕਰਨ ਦੀ ਕੋਸ਼ਿਸ਼ ਕਰਾਂ ਤਾਂ ਲੋਕ ਮੇਰਾ ਸਿਰ ਪਾੜ ਦੇਣਗੇ। ਮੈਂ ਸਹਿਮਤ ਹਾਂ ਇਸ ਗੱਲ ਦੇ ਨਾਲ। ਉਦੋਂ ਗੱਲ ਸ਼ੁਰੂ ਹੋਈ ਸੀ ਕਿ 100 ਰੁਪਏ ਮੱਥਾ ਟੇਕੋ ਅਤੇ ਉੱਥੇ ਸਰੋਪਾ ਮਿਲ ਜਾਂਦਾ ਸੀ, 10 ਰੁਪਏ ਮੱਥਾ ਟੇਕੋ ਤਾਂ ਪਤਾਸੇ ਦਾ ਪ੍ਰਸਾਦ ਮਿਲਦਾ ਸੀ। ਇਹ ਸਿੱਖ ਧਰਮ ਦੀ ਤਾਂ ਫਿਲਾਸਫੀ ਦੇ ਅਗੇਂਸਟ ਹੈ ਜੀ।
ਗੱਲ ਜਦੋਂ ਬਰਾਬਰੀ ਦੀ ਕਰਦੇ ਆ ਉਹਦੇ 'ਚ ਪੈਸੇ ਨਾਲ ਸਰੋਪਾ ਕਿੱਥੋਂ ਆ ਗਿਆ? ਹਾਂ ਤੇ ਜਾਂ 10 ਰੁਪਏ ਦੇ ਕੇ ਪ੍ਰਸ਼ਾਦ ਵੱਖਰਾ ਕਿੱਥੋਂ ਆ ਗਿਆ? ਸੋ ਇਹ ਜਿਹੜੇ ਡੇਰੇਦਾਰ ਦੀ ਗੱਲ ਕੀਤੀ ਹੈ ਨਾ, ਉਹ ਸਿਸਟਮ ਦੇ ਵਿੱਚ ਉਦੋਂ ਸਾਰਾ ਕੁਝ ਆ ਗਿਆ ਜਦੋਂ ਸਿੱਖ ਪੰਜਾਬ ਤੋਂ ਆਪਦੀ ਲੜਾਈ ਹੋਂਦ ਦੀ ਲੜਾਈ ਲੜ ਰਹੇ ਸੀ, ਔਰ ਹੋਂਦ ਦੀ ਲੜਾਈ ਸਿੱਖਾਂ ਨੂੰ ਵਾਰ-ਵਾਰ ਲੜਨੀ ਪਈ ਹੈ, ਹੁਣ ਵੀ ਲੜ ਰਹੇ। ਇੱਕ ਲੈਵਲ 'ਤੇ ਆ ਕੇ ਇਹ ਲੜਾਈ ਅੱਜ ਵੀ ਚੱਲ ਰਹੀ ਹੈ। ਸੋ ਉਹਦੇ ਕਰਕੇ ਡੇਰੇ ਵਾਲੇ ਤਾਕਤਵਰ ਹੋਏ। SGPC ਦਾ ਰੋਲ ਜਿਸ ਲੈਵਲ 'ਤੇ ਹੋਣਾ ਚਾਹੀਦਾ ਸੀਗੇ ਉਹ ਉਸ ਲੈਵਲ ਤੱਕ ਨਹੀਂ ਹੋ ਸਕਿਆ, ਜਦਕਿ ਇਹ ਬੜੀ ਕਮਾਲ ਦੀ ਸੰਸਥਾ ਹੈ। ਮੈਂ ਐਗਜ਼ਾਮਪਲ ਇੱਕ ਹੀ ਦੇਊਂਗਾ ਰੋਲ ਦੀ। ਹੁਣ ਮੈਨੂੰ ਪਤਾ ਨਹੀਂ ਹੈ ਕਿ ਲੇਟੈਸਟ ਇਹਨਾਂ ਕੋਲ ਹੈ ਕਿ ਨਹੀਂ। ਸਾਡੇ ਕੋਲ ਕੋਈ 4-5 ਪੇਜ ਦਾ ਪ੍ਰਾਈਮਰ ਅੰਗਰੇਜ਼ੀ ਦੇ ਵਿੱਚ ਜਿਹੜਾ ਇਹ ਦੱਸ ਸਕੇ ਕਿ ਸਿੱਖ ਧਰਮ ਹੈ ਕੀ, ਨਹੀਂ ਸੀ। ਕੋਈ ਸਾਲਾਂ ਤੱਕ ਨਹੀਂ ਸੀ। ਮੈਂ ਕ੍ਰਾਸ ਚੈੱਕ ਕਰਦਾ ਰਿਹਾ, ਉਹ ਕਹਿੰਦੇ ਹੈ ਨਹੀਂ ਸਾਡੇ ਕੋਲ। ਜੇ ਤੁਸੀਂ ਦੁਨੀਆ ਨੂੰ ਦੱਸਣ ਵਾਸਤੇ ਸਿੱਖ ਧਰਮ ਕੀ ਹੈ ਅੰਗਰੇਜ਼ੀ 4-5 ਪੇਜ ਕਿਤੋਂ ਚੰਗੇ ਲਿਖਵਾ ਹੀ ਨਹੀਂ ਸਕੇ। ਅਸੀਂ ਵੈਸੇ ਰੌਲਾ ਪਾਉਂਦੇ ਜੀ ਸਾਡੇ ਧਰਮ 'ਤੇ ਹਮਲਾ ਹੋ ਗਿਆ ਅਤੇ ਪੱਗ ਦੀ ਸਮੱਸਿਆ ਬਾਹਰ ਆ ਗਈ। ਜੇ ਅਸੀਂ ਦੱਸ ਹੀ ਨਹੀਂ ਸਕੇ, ਆਪਾਂ ਗੱਲ ਤਾਂ ਡੇਰਾਵਾਦ ਦੀ ਕਰਦੇ ਹਾਂ, ਅਸੀਂ ਤਾਂ ਦੱਸ ਹੀ ਨਹੀਂ ਰਹੇ ਕਿਸੇ ਨੂੰ ਕਿ ਸਾਡਾ ਧਰਮ ਕੀ ਹੈ। ਇੰਨਾ ਖੂਬਸੂਰਤ ਧਰਮ ਹੋਵੇ ਅਤੇ ਅਸੀਂ ਦੱਸ ਨਾ ਸਕੀਏ, ਅਤੇ ਪੈ ਗਏ ਅਸੀਂ ਜਾ ਸਾਰੇ ਕਰਮਕਾਂਡ ਦੇ ਵਿੱਚ, ਜਿੱਥੋਂ ਬਾਬੇ ਨਾਨਕ ਨੇ ਕੱਢਿਆ ਸੀ ਉੱਥੇ ਜਾ ਕੇ ਫਿਰ ਡਿੱਗ ਪਏ। ਉਹ ਤਾਂ ਡੇਰਾਵਾਦ ਇੱਥੇ ਹੈ। ਜੇ ਸਿੱਖਾਂ ਨੇ ਡੇਰਾ ਉਹੀ ਕਰਮਕਾਂਡ ਹੀ ਕਰਨੀ ਹੈ, ਫਿਰ ਡੇਰੇ ਤਾਂ ਲੋਕਾਂ ਨੂੰ ਜ਼ਿਆਦਾ ਸੂਟ ਕਰਦੇ। ਫਿਲਾਸਫੀ ਤੋਂ ਜਦੋਂ ਤੁਸੀਂ ਹਟਦੇ ਚਲੇ ਗਏ ਅਤੇ ਕਰਮਕਾਂਡ 'ਤੇ ਪੈ ਗਏ, ਜ਼ਿਆਦਾ ਜ਼ੋਰ ਦੇਣ ਲੱਗ ਪਏ। ਸਿੱਖ ਧਰਮ ਤਾਂ ਜੀਵਨ ਜਾਚ ਹੈ, ਸਾਇੰਟੀਫਿਕ ਧਰਮ ਹੈ, ਇੱਕ ਮਾਨਵਤਾਵਾਦੀ ਧਰਮ ਹੈ। ਅਸੀਂ ਉਹ ਤਾਂ ਛੱਡਤਾ। ਜਾਤ ਪਾਤ ਸਿੱਖਾਂ 'ਚ ਹੁਣ ਸਭ ਤੋਂ ਜ਼ਿਆਦਾ ਹੈ। ਜੇ ਬਾਬੇ ਨਾਨਕ ਨੇ ਖਤਮ ਕੀਤੀ ਸੀ ਸਾਰਾ ਕੁਛ। ਜੇ ਅਸੀਂ SGPC ਦਾ ਰੋਲ ਦੇਖਦੇ ਹਾਂ ਪਿਛਲੇ ਕਈ ਦਹਾਕਿਆਂ ਤੋਂ, ਅਤੇ ਖਾਸ ਕਰਕੇ ਜਿਹੜੇ ਆ ਹੋਣ ਵਾਲੇ ਸਾਲ ਚੱਲਦੇ, ਜਾਂ ਅਸੀਂ ਬਗਰਾੜੀ ਤੋਂ ਬਾਅਦ ਦੀ ਗੱਲ ਕਰ ਲਈਏ, ਜਾਂ ਦੇਖਦੇ ਹਾਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਜਿਹੜੇ ਹੁਣ ਮੌਜੂਦਾ ਨੇ, ਤੁਸੀਂ ਕੀ ਸਮਝਦੇ ਹੋ ਵੀ ਹੋ ਕੀ ਰਿਹਾ ਗਾ? ਕਿਤੇ ਕਿਤੇ ਇੰਨਾ ਸਟਰੋਂਗ ਬਿਆਨ ਆ ਜਾਂਦਾ ਗਾ ਵੀ ਹਾਂ ਕੌਮ ਦੇ ਵਿੱਚ ਇੱਕ ਬਹੁਤ ਸਟਰੋਂਗ ਮੈਸੇਜ ਚਲਾ ਜਾਂਦਾ, ਕਿਤੇ ਕਿਤੇ ਇਹੋ ਜਿਹਾ ਬਿਆਨ ਆਉਂਦਾ ਗਾ ਵੀ ਕੌਮ ਕਹਿੰਦੀ ਆ ਵੀ ਇਹ ਕੀ ਹੋਇਆ। ਸਿੱਖ ਧਰਮ ਜਿਹੜਾ ਖਾਸਾ ਹੈ ਨਾ ਬੇਸਿਕ, ਉਹ ਰਿਲੀਜੀਓ ਪੋਲੀਟੀਕਲ ਹੈ, ਸਿਰਫ ਤਾਂ ਇਹ ਧਾਰਮਿਕ ਨਹੀਂ ਹੈ ਧਰਮ। 10ਵੇਂ ਗੁਰੂ ਨੇ ਇਹ ਸਾਰਾ ਕੁਛ ਇਕੱਠਾ 6ਵੇਂ ਤੋਂ ਚੱਲਦਾ ਸ਼ੁਰੂ ਹੁੰਦਾ। ਉਹਦੀ ਫਾਈਨਲ ਫਾਰਮ ਜਿਹੜੀ ਸੀਗੀ ਸੰਤ ਸਿਪਾਹੀ ਹੈ। ਮੇਰੇ ਖਿਆਲ ਦੇ ਵਿੱਚ, ਮੈਂ ਗਲਤ ਹੋਵਾਂ, ਮੈਂ ਧਰਮ ਦੇ ਬਾਰੇ ਮੈਨੂੰ ਕੋਈ ਬਹੁਤਾ ਗਿਆਨ ਨਹੀਂ ਗਾ। ਗੱਲ SGPC ਦੀ ਕਰ ਰਹੇ ਸੀਗੇ। SGPC ਦਾ ਬੜਾ ਕਮਾਲ ਦਾ ਰੋਲ ਹੈ 47 ਤੱਕ। ਜੇ ਤੁਸੀਂ ਦੇਖੋ ਸਿਆਸਤ ਖਾਸ ਕਰਕੇ, ਜੇ ਸਿੱਖ ਸਟੇਟ ਜਾਂ ਸਿੱਖ ਹੋਣ ਦੀ ਗੱਲ ਕੀਤੀ ਹੈ, ਸਿੱਖ ਵੱਖਰੀ ਪਛਾਣ ਦੀ ਗੱਲ ਕੀਤੀ ਹੈ, ਉਹ ਸਭ ਤੋਂ ਪਹਿਲਾਂ SGPC ਨੇ ਕੀਤੀ ਹੈ। 46 ਦੇ ਮਤੇ ਜਿਹੜੇ ਤੁਸੀਂ ਚੱਕੋ SGPC ਨੂੰ, 46 ਦੇ ਕਮਾਲ ਦੇ ਮਤੇ ਹੈਗੇ ਸਾਰੇ। ਜਾਂ ਪਾਕਿਸਤਾਨ ਦਾ ਜਦੋਂ ਮਤਾ ਆਉਂਦਾ ਮੁਸਲਿਮ ਲੀਗ ਦਾ, ਉਸ ਤੋਂ ਬਾਅਦ ਜਿਹੜਾ ਪਹਿਲਾ ਰਿਕਸ਼ੇ ਨਾ SGPC ਦਾ ਹੈ। 47 ਮੈਂ 1979 ਲਾਸਟ ਮੈਂ ਗਿਣਦਾ ਹੁੰਦਾ ਹੈ, ਜਦੋਂ SGPC ਦੇ ਜਨਰਲ ਹਾਊਸ ਦੀ ਇਲੈਕਸ਼ਨ ਹੋਈ ਸੀਗੀ ਜੀ। ਅਤੇ ਉਦੋਂ ਇੱਕ 5 ਅਨੁਪਾਤੀ ਪ੍ਰੋਗਰਾਮ ਗੁਰਚਰਨ ਸਿੰਘ ਟੌਹੜਾ ਨੇ ਪੇਸ਼ ਕੀਤਾ ਸੀ, ਜਿਹੜਾ ਪਾਸ ਹੋਇਆ ਸੀ। ਉਹਦੇ 'ਚ ਪਹਿਲਾ ਜਾਂ ਦੂਜਾ ਨੁਕਤਾ ਸੀਗਾ ਆਜ਼ਾਦ ਸਿੱਖ ਹੋਂਦ। SGPC ਦਾ ਇਹ ਇਤਿਹਾਸ ਹੈ। 1979 ਦਾ ਮਤਾ ਅੱਗੇ ਫਿਰ ਚੱਲਦਾ ਰਿਹਾ। 81 ਦੇ ਵਿੱਚ ਸੰਤ ਲੌਂਗੋਵਾਲ ਅਕਾਲੀ ਦਲ, ਫਿਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ, ਉਹ ਉਸੇ ਹੀ ਪ੍ਰੋਗਰਾਮ 'ਤੇ ਚੱਲੇ ਸੀ। ਸੋ ਇਸ ਸੰਸਥਾ ਦਾ ਰੋਲ ਇੱਕ ਸਟੇਜ ਤੱਕ ਬਹੁਤ ਕਮਾਲ ਦਾ ਰਿਹਾ ਹੈ। ਮੈਂ ਇਹਦਾ ਨਿਗਾਰ ਗਿਣਦਾ ਹੁੰਦਾ 99 ਤੋਂ ਬਾਅਦ, ਜਦੋਂ ਅਕਾਲੀ ਦਲ ਸਪਲਿਟ ਹੋ ਗਈ ਅਤੇ ਜਥੇਦਾਰ ਟੌਹੜਾ ਬਾਹਰ ਹੋ ਗਏ। ਜਥੇਦਾਰ ਟੌਹੜਾ ਜੋ ਚੰਗੇ ਸੀ ਮਾੜੇ ਸੀ, ਜੋ ਵੀ ਸੀਗੇ, ਉਹਨਾਂ ਦੀ ਸਿੱਖੀ ਦਾ ਅੰਸ਼ ਸੀ ਅਤੇ ਪੰਥਕ ਸੀਗੇ। ਉਹ ਸੋਚ ਨਿਰੋਲ ਪੰਥਕ ਸੀ। ਉਹ ਸੋਚ ਫਿਰ ਉਸ ਤੋਂ ਬਾਅਦ ਹੌਲੀ ਹੌਲੀ SGPC 'ਚੋਂ ਪਾਸੇ ਦੂਰ ਹੁੰਦੀ ਚਲੀ ਗਈ, ਅਤੇ ਇਸ ਸੰਸਥਾ ਦੇ ਸਾਰੇ ਮੈਨੇਜਮੈਂਟ ਦੇ ਵਿੱਚ ਫਿਰ ਉਸੇ ਹਿਸਾਬ 'ਤੇ ਨਿਗਾਰ ਆਉਣਾ ਸ਼ੁਰੂ ਹੋ ਗਿਆ। ਅਤੇ ਜਥੇਦਾਰ ਦਾ ਰੋਲ ਆਪਾਂ ਜੇ ਬਰਗਾੜੀ 'ਤੇ ਲਈਏ, ਜਥੇਦਾਰ ਗੁਰਬਚਨ ਸਿੰਘ ਜੀ ਉਦੋਂ ਜੀ, ਅਤੇ ਜਿਸ ਢੰਗ ਨਾਲ ਉਹਨਾਂ ਤੋਂ
ਸੱਚੇ ਸੌਦੇ ਦੇ ਡੇਰੇ ਦੇ ਗੁਰੂ ਦੀ ਜਾਂ ਉਹਨਾਂ ਦੇ ਚੀਫ ਨੂੰ ਮਾਫੀ ਦਵਾਈ ਗਈ। ਬਾਦਲ ਸਾਹਿਬ ਨੇ ਆਪਦੇ ਸਰਕਾਰੀ ਰਿਹਾਇਸ਼ 'ਤੇ ਬੁਲਾ ਕੇ ਜਥੇਦਾਰਾਂ ਨੂੰ, ਉਹਦੇ ਵਿੱਚ ਅਕਾਲ ਤਖ਼ਤ ਦਾ ਜਿਹੜਾ ਇੰਸਟੀਟਿਊਸ਼ਨ ਸੀ ਉਹ ਵੀ ਖਤਮ ਹੋ ਗਿਆ। ਮੈਂ ਖਤਮ ਲਫ਼ਜ਼ ਵਰਤ ਰਿਹਾ ਜਾਣ ਕੇ। ਇਹ ਪਹਿਲੀ ਵਾਰ ਸੀ ਕਿ ਸਿੱਖ ਕੌਮ ਨੇ ਅਕਾਲ ਤਖ਼ਤ ਦੇ ਜਥੇਦਾਰ ਦਾ ਬਾਈਕਾਟ ਕੀਤਾ ਹੋਵੇ। ਇਸ ਤੋਂ ਪਹਿਲਾਂ 1920 ਦੇ ਵਿੱਚ ਜਦੋਂ 1919 ਜਲ੍ਹਿਆਂਵਾਲਾ ਬਾਗ ਦੇ ਵੇਲੇ ਹੋਇਆ ਸੀ, ਜਦੋਂ ਜਨਰਲ ਡਾਇਰ ਨੂੰ ਸਨਮਾਨਿਤ ਕੀਤਾ ਗਿਆ, ਅਤੇ ਉਸ ਤੋਂ ਬਾਅਦ ਤੁਹਾਡੇ ਪੂਰਾ ਸੰਘਰਸ਼ ਚੱਲਿਆ ਸੀਗਾ ਜੀ ਗੁਰਦੁਆਰਿਆਂ ਨੂੰ ਇਹਨਾਂ ਤੋਂ ਲੋਕਾਂ ਤੋਂ ਆਜ਼ਾਦ ਕਰਾਉਣ ਦਾ। ਦੁਬਾਰਾ ਹੁਣ ਇਹ ਹੋਇਆ। ਹੁਣ ਤੁਸੀਂ ਹੁਣ ਦੇ ਜਥੇਦਾਰ ਦੀ ਗੱਲ ਕੀਤੀ ਹੈ, ਅਤੇ ਜਦੋਂ ਤੁਸੀਂ ਕਿਸੇ ਖਾਸ ਇੰਟਰਸਟ ਗਰੁੱਪ ਨੂੰ ਪ੍ਰੋਟੈਕਟ ਕਰ ਰਹੇ ਹੋ ਅਤੇ ਫਿਰ ਉਹ ਜਥੇਦਾਰੀ 'ਤੇ ਕੁਛ ਤਰ੍ਹਾਂ ਮਾਰਕ ਲੱਗੇਗਾ। ਸ਼ੁਰੂ 'ਚ ਲੱਗਦਾ ਸੀਗਾ ਕਿ ਇਹ ਬੜੇ ਵਧੀਆ ਸਟੈਪ ਲੈ ਰਹੇ ਹੈ, ਪੋਜੀਸ਼ਨ ਠੀਕ ਲੈ ਰਹੇ ਹੈ, ਲੇਕਿਨ ਹੌਲੀ ਹੌਲੀ ਜਿਸ ਢੰਗ ਨਾਲ ਇਹਨਾਂ ਨੇ ਇੱਕ ਖਾਸ ਇੰਟਰਸਟ ਗਰੁੱਪ ਨੂੰ ਪ੍ਰੋਟੈਕਟ ਕਰਨ ਵਾਸਤੇ ਸਾਰਾ ਕੁਛ ਅੱਗੇ ਤਾਣਾ ਬਣਾ ਰਚਿਆ, ਉਹ ਗਲਤ ਹੈ। ਉਹਦੇ 'ਚ ਇਹਨਾਂ ਦਾ ਆਪਣਾ ਇਮੇਜ ਖਤਮ ਹੋ ਗਿਆ। ਖਾਸ ਕਰਕੇ ਮੈਂ ਜਾਂਦੇ ਜਾਂਦੇ ਇੱਕ ਹੋਰ ਗੱਲ ਕਰਨੀ ਚਾਹੂੰਗਾ। ਇਨਸਾਫ ਮੋਰਚਾ ਲੱਗਿਆ ਹੋਇਆ ਹੈਗਾ ਬਾਈਬਲ ਕਲਾਂ ਜੀ, ਤੁਸੀਂ ਕੀ ਸਮਝਦੇ ਹੋ? ਇਨਸਾਫ ਤਾਂ ਇਹ ਬਹੁਤ ਪਹਿਲਾਂ ਮਿਲਣਾ ਚਾਹੀਦਾ ਸੀਗਾ। ਬਰਗਾੜੀ ਦਾ ਜਿਹੜਾ ਦੁਖਾਂਤ ਹੈ, ਇਹ ਵਾਪਰ ਕਿਵੇਂ ਨਾ ਹੋਵੇ? ਗੱਲ ਤਾਂ ਇੱਥੇ ਹੈ ਨਾ। ਉਹਦੀ ਜੜ ਫਿਰ 2009 ਦੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਇੱਕਦਮ ਨਹੀਂ ਵਾਪਰਿਆ। ਜਦੋਂ ਮੈਂ ਕਹਿੰਦਾ ਜਿਹੜੀ ਸਿਆਸਤ ਤੁਰਦੀ ਹੈ 96 ਦੇ ਵਿੱਚ, ਉਹਦਾ ਅਸਰ ਆ ਕੇ ਸਿੱਧਾ ਪੈਂਦਾ 2009 ਦੇ ਇਲੈਕਸ਼ਨ ਦੇ ਵਿੱਚ, ਜਦੋਂ ਬੀਬੀ ਹਰਸਿਮਰਤ ਕੌਰ ਬਾਦਲ ਬਠਿੰਡੇ ਤੋਂ ਇਲੈਕਸ਼ਨ ਲੜਦੀ ਹੈ। ਡੀਲਿਮਿਟੇਸ਼ਨ ਦੇ ਵਿੱਚ ਫਰੀਦਕੋਟ ਤੋਂ ਉੱਠ ਕੇ ਬਾਦਲ ਪਰਿਵਾਰ ਨੂੰ ਬਠਿੰਡੇ ਆਉਣਾ ਪਿਆ, ਅਤੇ ਇਹ ਏਰੀਆ ਅੱਗੇ ਡੇਰੇ ਸੱਚੇ ਸੌਦੇ ਦਾ ਗੜ੍ਹ ਸੀਗਾ। ਮੇਰੇ ਖਿਆਲ 'ਚ ਉਹਨਾਂ ਦੀ ਸਪੋਰਟ ਲੈਣ ਵਾਸਤੇ, ਖਿਆਲ ਵੀ ਛੱਡੋ, ਰਿਕਾਰਡ 'ਤੇ ਪਿਆ ਸਾਰਾ ਕੁਛ। ਉਹਨਾਂ ਦੀਆਂ ਪ੍ਰੈਸ ਕਾਨਫਰੰਸਾਂ ਡੇਰੇ ਵਾਲਿਆਂ ਦੀ ਹੈਗੀਆਂ, ਜਿੱਥੇ ਉਹਨਾਂ ਨੇ ਅਨਾਊਂਸ ਕੀਤਾ ਸੀ 2009 'ਚ ਵੀ ਅਸੀਂ ਅਕਾਲੀ ਦਲ ਦੀ ਸਪੋਰਟ ਕਰ ਰਹੇ। ਜਿਹੜੇ ਸ਼ੇਕੋ ਇਹ ਲੋਕ ਹੈ, ਜਦੋਂ ਤੁਸੀਂ ਉਹਨਾਂ ਦੀ ਸਪੋਰਟ ਲੈਂਦੇ ਤਾਂ ਉਹ ਡਿਸਟਰਸ਼ਨ ਆਏਗੀ। ਫਿਰ 12 'ਚ ਆ ਕੇ ਇਲੈਕਸ਼ਨ ਤੋਂ ਪਹਿਲਾਂ ਤੁਸੀਂ ਉਹਨਾਂ ਦੇ ਜਿਹੜਾ FIR ਸੀ ਡੇਰੇ ਚੀਫ ਦੇ ਖਿਲਾਫ, ਉਹ ਵਿਡਰਾ ਕੀਤਾ, ਅਤੇ ਚੱਲਦਾ ਫਿਰ ਅੱਗੇ ਪੱਤਰਾਂ ਦਾ ਦੁਖਾਂਤ ਵਾਪਰਿਆ। ਇਹ ਕਿਵੇਂ ਹੋ ਜਾਵੇ ਕਿ ਅਕਾਲੀ ਦਲ ਦੀ ਸਰਕਾਰ ਹੋਵੇ, ਜਿਹੜੇ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਲੈਣ ਲਈ ਪ੍ਰੋਟੈਸਟ ਕਰ ਰਹੇ ਆ, ਉਹਨਾਂ 'ਤੇ ਪੁਲਿਸ ਗੋਲੀ ਚਲਾਏ, ਔਰ FIR 'ਚ ਇਹ ਲਿਖਿਆ ਜਾਵੇ ਕਿ ਪੁਲਿਸ ਅਣਪਛਾਤੀ ਸੀ। ਇਹ ਨਹੀਂ ਹੋਇਆ ਕਰਦਾ। ਅਤੇ ਉਸ ਤੋਂ ਬਾਅਦ ਅਕਾਲੀ ਦਲ ਨੇ ਕਾਨਫਰੰਸਾਂ ਕਰਨੀਆਂ ਸ਼ੁਰੂ ਕੀਤੀਆਂ, ਸਦਭਾਵਨਾ ਕਾਨਫਰੰਸਾਂ। ਕਿਹਦੇ ਖਿਲਾਫ ਕਰ ਰਹੇ ਸੀਗੇ? ਉਹਨਾਂ ਸਿੱਖਾਂ ਦੇ ਖਿਲਾਫ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਮੰਗ ਰਹੇ ਸੀ। ਮੈਂ ਹੋਰ ਅੱਗੇ ਚੱਲਦਾ। 18 ਦੇ ਵਿੱਚ ਜਦੋਂ ਮੋਰਚਾ ਆਪਣਾ ਲੱਗਦਾ, ਇਨਸਾਫ ਮੋਰਚਾ, ਮੈਂ ਹੁਣ ਤੁਹਾਡੇ ਇਸ 'ਤੇ ਆਉਂਦਾ। ਜਦੋਂ 1 ਜੂਨ ਨੂੰ ਮੋਰਚਾ ਲੱਗਦਾ 18 ਦੇ ਵਿੱਚ, ਉਹਨਾਂ 17 ਦੇ ਇਲੈਕਸ਼ਨ ਤੋਂ ਬਾਅਦ ਬਾਦਲ ਸਾਹਿਬ ਆਪਣੇ ਘਰ ਬੈਠ ਗਏ ਸੀਗੇ। ਜਦੋਂ ਇਹ ਮੋਰਚਾ ਲੱਗਦਾ 1 ਜੂਨ ਨੂੰ, ਉਸ ਤੋਂ ਬਾਅਦ ਇਹ ਪਾਰਟੀ ਪ੍ਰੈਸ ਕਾਨਫਰੰਸ ਕਰਦੀ ਬਠਿੰਡੇ 'ਚ, ਬਾਦਲ ਸਾਹਿਬ ਨੂੰ ਲਿਆਂਦਾ ਜਾਂਦਾ, ਅਤੇ ਬਾਦਲ ਸਾਹਿਬ ਪੂਰਾ ਜ਼ੋਰ ਦੇ ਕੇ ਕਹਿੰਦੇ ਹੈ ਕਿ ਇਹ ਉਹ ਲੋਕ ਹੈ ਜਿਨ੍ਹਾਂ ਨੇ ਕਿਸੇ ਵੇਲੇ ਨਾਅਰਾ ਦਿੱਤਾ ਸੀ ਕਿ ਪਹਿਲਾਂ ਵੱਢਾਂਗੇ ਮੋਨੇ, ਫਿਰ ਵੱਢਾਂਗੇ ਝੋਨੇ। ਇਹ ਲੋਕ ਤਾਂ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਮੰਗ ਰਹੇ ਸੀ। ਬਾਦਲ ਸਾਹਿਬ ਕੀ ਕਹਿ ਰਹੇ ਸੀ? ਇਹਨਾਂ ਦੇ ਅਟੈਕ ਕਿਹੜੀ ਗੱਲ 'ਤੇ ਕਰ ਰਹੇ ਸੀਗੇ? ਸੋ ਇਹਦੇ ਸਾਰੇ ਦੇ ਬੈਕਗਰਾਊਂਡ ਹੈ। ਇਸ ਬੈਕਗਰਾਊਂਡ ਦੇ ਵਿੱਚ ਲੋਕਾਂ ਨੇ ਅਲਟੀਮੇਟਲੀ ਰਿਐਕਟ ਕੀਤਾ ਹੈ, ਅਤੇ ਮੈਂ ਗੱਲ ਉੱਥੇ ਹੀ ਮੁਕਾਊਂਗਾ ਕਿ ਇਸ ਕਰਕੇ ਅਕਾਲੀ ਦਲ ਦਾ ਇਹ ਹਾਲ ਹੋਇਆ। ਜਿਹੜਾ ਇੱਕ ਸ਼ਬਦ ਆਉਂਦਾ ਗਾ, ਹਰ ਇੱਕ ਜਿਹੜੀ ਸਿੱਖ ਸਿਆਸਤ ਦੇ ਨਾਲ ਇੰਟਰਵਿਊ ਜੁੜਿਆ ਵਾ ਹੋਵੇ, ਗੱਲਬਾਤ ਜੁੜੀ ਹੋਵੇ, ਕਿਸੇ ਦੀ ਵੀ ਆਪਾਂ ਚੱਕ ਲਈਏ, ਚਾਹੇ ਉਹ ਜੂਨ 84 ਨਾਲ ਹੋਵੇ, ਚਾਹੇ ਫਿਰ ਗਾਂ ਨਵੰਬਰ ਨਾਲ ਹੋਵੇ, ਇੱਕ ਸ਼ਬਦ ਆਉਂਦਾ ਗਾ ਇਨਸਾਫ। ਵੀ ਕੀ ਸਿੱਖਾਂ ਨੂੰ ਕਦੇ ਇਨਸਾਫ ਮਿਲੂ? ਕੀ ਇਸ ਕੌਮ ਦਾ ਭਲਾ ਹੋਊਗਾ? ਕੋਈ ਕਰੂਗਾ ਭਲਾ? ਕੋਈ ਸਰਕਾਰ ਤੋਂ? ਹਾਲਾਂਕਿ ਬਹੁਤ ਲੋਕ ਕਹਿੰਦੇ ਆ ਵੀ ਪ੍ਰਮਾਤਮਾ ਕਰੂਗਾ ਸਭ ਕੁਝ। ਜਿਵੇਂ ਇੱਕ ਬਿਆਨ ਆਇਆ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਹੀ ਦਿੱਤਾ ਗਿਆ ਸੀ ਵੀ ਜਿਨ੍ਹਾਂ ਨੇ ਕੀਤਾ ਗਾ ਉਹਨਾਂ ਦਾ ਕੱਖ ਨਾ ਰਹੇ। ਉਹ ਚੀਜ਼ ਤੁਸੀਂ ਕਿਵੇਂ ਦੇਖਦੇ ਹੋ ਵੀ ਇਨਸਾਫ? ਮੈਂ ਹੋਰ ਢੰਗਲਾ, ਮੈਂ ਉਸ ਢੰਗਲਾ ਮੈਂ ਦੇਣਾ ਚਾਹੁੰਦਾ ਨਹੀਂ, ਪਰ ਮੈਂ ਦਿੰਦਾ। ਜਦੋਂ ਸਿਸਟਮ ਇਨਸਾਫ ਨਹੀਂ ਦਿੰਦਾ,
ਸਿੱਖ ਫਿਰ ਇਨਸਾਫ ਲੈਂਦੇ ਆ। ਜਦੋਂ ਆਪਣੇ ਵਿਸਾਖੀ 1978 ਦਾ ਇਨਸਾਫ ਲਿਆ ਗਿਆ, ਭਾਈ ਰਣਜੀਤ ਸਿੰਘ ਨੇ ਲਿਆ। ਫਿਰ ਕਿਹਾ ਜਾਂਦਾ ਵੀ ਸਿੱਖ ਹਥਿਆਰ ਚੱਕਦੇ ਹੈ, ਇਨਸਾਫ ਤਾਂ ਲਿਆ ਗਿਆ। ਬਲੂਚਿਸਤਾਨ ਦਾ ਇਨਸਾਫ ਲੈ ਲਿਆ ਜੀ। ਬਿਆਸ ਸਿੰਘ ਤੇ ਸਤਵੰਤ ਸਿੰਘ ਹੋਰਾਂ ਨੇ ਇਨਸਾਫ ਲੈ ਲਿਆ ਸੀ। ਤੇ ਮੈਂ ਇਸ ਦੇ ਬਾਰੇ ਹੋਰ ਕੁਝ ਨਹੀਂ ਕਹਿਣਾ ਚਾਹੂੰਗਾ। ਮੈਨੂੰ ਲੱਗਦਾ ਕਿ ਬਰਗਾੜੀ ਦਾ ਸ਼ਾਇਦ ਇਨਸਾਫ ਮਿਲ ਰਿਹਾ, ਮੈਂ ਸ਼ਾਇਦ ਕਹਿ ਰਿਹਾ ਇਨਸਾਫ ਮਿਲਣਾ ਚਾਹੀਦਾ ਹੈ। ਤੇ ਨਹੀਂ ਤਾਂ ਨੇਚਰ ਆਪਣੇ ਢੰਗ ਨਾਲ ਰਿਐਕਟ ਕਰਦੀ ਹੈ। ਜਿਹੜੀ ਮੌਜੂਦਾ ਸਥਿਤੀ ਆ ਪੰਜਾਬ ਦੀ ਜਾਂ ਸੈਂਟਰ ਦੀ ਸਰਕਾਰ ਦੇ ਪੱਖ ਤੋਂ ਦੇਖੀਏ, ਚਾਹੇ ਉਹ ਕੋਈ ਵੀ ਮੈਂ ਪਾਰਟੀ, ਕਦੇ ਵੀ ਪੈਸੀਮਿਸਟ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ, ਮੈਂ ਹਮੇਸ਼ਾ ਆਪਟੀਮਿਸਟ ਹੁੰਦਾ ਜੀ। ਸਿਸਟਮ ਜੇ ਰਿਐਕਟ ਨਹੀਂ ਕਰੇਗਾ ਤੇ ਫਿਰ ਆਪਣੇ ਆਪ ਕੋਈ ਨਾ ਕੋਈ ਇਨਸਾਫ ਲਏਗਾ। ਤੇ ਫਿਰ ਕਿਹਾ ਜਾਂਦਾ ਵੀ ਸਿੱਖ ਅੱਤਵਾਦੀ ਹੋ ਗਏ। ਤੇ ਜੇ ਅੱਤਵਾਦੀ ਸਿੱਖਾਂ ਨੂੰ ਨਹੀਂ ਹੋਣ ਦੇਣਾ, ਫਿਰ ਸਿੱਖਾਂ ਨੂੰ ਇਨਸਾਫ ਮਿਲੇ ਔਰ ਜਿੰਨੀ ਛੇਤੀ ਹੋ ਸਕੇ ਉਹ ਨਾ ਮਿਲੇ। ਮੈਂ ਵੀ ਕਹਿੰਦਾ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ, ਉਹ ਨਹੀਂ ਹੋਣਾ ਚਾਹੀਦਾ। ਇਨਸਾਫ ਹੁਣੇ ਹੀ ਮਿਲਣਾ ਚਾਹੀਦਾ ਹੈ। ਜੀ ਜਗਤਾਰ ਜੀ, ਸਮਾਂ ਦਿੱਤਾ ਤੁਹਾਡਾ ਧੰਨਵਾਦ ਜੀ। ਥੈਂਕ ਯੂ ਜੀ। ਸੋ ਇਹ ਸੀ ਸੀਨੀਅਰ ਪੱਤਰਕਾਰ ਜਗਤਾਰ ਸਿੰਘ, ਜਿਨ੍ਹਾਂ ਦੀ ਸਿੱਖ ਸਿਆਸਤ ਨੂੰ ਲੈ ਕੇ, SGPC ਨੂੰ ਲੈ ਕੇ ਬੜੀ ਇਹਨਾਂ ਨੇ ਜਿਹੜੀ ਖੋਜ ਆ, ਛਾਣਬੀਣ ਆ, ਜਾਂ ਆਪਾਂ ਕਹਿ ਦਈਏ ਪੱਤਰਕਾਰੀ, ਇਸ ਵਿਸ਼ੇ ਦੇ ਵਿੱਚ ਹੀ ਹੈ ਇਹਨਾਂ ਦੀ। ਤੇ ਅੱਗੇ ਵੀ ਅਸੀਂ ਇਹਨਾਂ ਦੇ ਨਾਲ ਮੁਲਾਕਾਤ ਕਰਦੇ ਰਹਾਂਗੇ, ਤਾਂ ਜੋ ਜਿਹੜੇ ਵੀ ਦਰਸ਼ਕ ਆ ਸਾਨੂੰ ਸੁਣ ਰਹੇ ਆ ਉਹਨਾਂ ਨੂੰ ਪਤਾ ਲੱਗੇ ਵੀ ਅਸਲ ਗੱਲਾਂ ਕੀ ਆ। ਉਹ ਵੀ ਇਹ ਜਿਹੜੀਆਂ ਛੋਟੀਆਂ ਗੱਲਾਂ ਗੀਆਂ ਉਹਨਾਂ ਨੂੰ ਪਕੜ ਕਰਨ ਤੇ ਆਪਣੇ ਬੱਚਿਆਂ ਨੂੰ ਵੀ ਦੱਸਣ, ਆਪਣੇ ਬੱਚਿਆਂ ਨੂੰ ਸੁਣਾਉਣ, ਤਾਂ ਜੋ ਜਿੰਨਾ ਸਾਡਾ ਇਤਿਹਾਸ ਆ ਜਿਹੜਾ ਨਹੀਂ ਦੱਸਿਆ ਜਾ ਰਿਹਾ ਉਹ ਵੀ ਪਤਾ ਲੱਗੇ। ਅਸੀਂ ਅੱਗੇ ਵੀ ਇਹਨਾਂ ਦੇ ਨਾਲ ਹਾਜ਼ਰ ਹੁੰਦੇ ਰਹਾਂਗੇ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਧੰਨਵਾਦ ਜੀ।